ईवीएम मशीन ਨੂੰ ਬੈਨ ਕਰਨ ਦੇ ਲਈ ਇਹਨਾਂ ਨੇ ਬਹੁਤ ਵੱਡੀ ਪੈਦਲ ਯਾਤਰਾ ਕੀਤੀ ਹੈ। ਕਿ ਜਿਹੜੇ ਰਿਜ਼ਲਟ ਅਗਰ ਬੀਜੇਪੀ ਦੇ ਅਗੇਂਸਟ ਹੁੰਦੇ ਨੇ ਤੇ ਫਿਰ ਆਪਣੀ ਜਿਹੜੀ ਯਾਤਰਾ ਹੈ ਈਵੀਐਮ ਨੂੰ ਬੈਨ ਕਰਨ ਦੀ ਉਹ ਦੁਬਾਰਾ ਸ਼ੁਰੂ ਕਰਨਗੇ। तो फिर मैं कहना कि ईवीएम जो संदिग्ध है, जो मशीन सानू डाउटफुल है, जिते सानू संदेह है कि ये मशीन वोटां दी हेराफेरी करदी है, उन्हों ਕਾਂਗਰਸ ਵਾਲੇ ਤਾਂ 24 ਘੰਟੇ ਉਹਦੀ ਰਾਖੀ ਕਰ ਰਹੇ ਨੇ, ਦਿਨ ਰਾਤ ਲਗਾਤਾਰ ਉੱਥੇ ਰਾਖੀ ਕਰ ਰਹੇ ਨੇ। देखो ਇੱਕ ਜੀ ਸਾਨੂੰ ਸਮਝ ਨਹੀਂ ਆਉਂਦੀ, ਜਿਹੜੀ ਈਵੀਐਮ ਦੇ ਖਿਲਾਫ ਤੁਸੀਂ ਮੁਹਿੰਮ ਛੇੜੀ ਹੈ ਉਸ ਈਵੀਐਮ ਨੂੰ ਤੁਸੀਂ ਲੈ ਕੇ ਆਏ ਸੀ, ਤੁਹਾਡੀ ਸਰਕਾਰ ਲੈ ਕੇ ਆਏ ਸੀ, ਕਾਂਗਰਸੀ ਤਾਂ ਲੈ ਕੇ ਆਏ ਸੀ, ਕੋਈ ਬੀਜੇਪੀ ਥੋੜਾ ਨਾ ਲੈ ਕੇ ਆਏ ਸੀ। ਇਹ ਤਾਂ ਯਾਰ ਵੇਖੋ ਸਵਾਲ ਤਾਂ ਉੱਠੇ ਜਾਣਗੇ ਨਾ ਭਾਜੀ, ਜਿਹੜੀ ਨਿਰਵਾਚਨ ਆਯੋਗ ਤੇ ਸਵਾਲ ਚੁੱਕਦੇ ਹੋ ਬਈ। ਇੱਕ ਸੈਕਿੰਡ ਰੁਕੋ ਭਾਜੀ, ਇਸੇ ਈਵੀਐਮ ਦੇ ਨਾਲ ਹੁਣੇ ਤਾਜ਼ਾ ਤਾਂ ਤੁਹਾਡੀ ਬੰਗਾਲ ਸਰਕਾਰ ਬਣੀ ਹੈ ਭਾਜੀ। ਹੁਣ ਵੀ ਇਲੈਕਸ਼ਨ ਈਵੀਐਮ ਦੇ ਨਾਲ ਹੀ ਹੋ ਰਹੇ ਨੇ, ਜਿਨ੍ਹਾਂ ਤੁਸੀਂ ਨਾਮ ਲੈ ਰਹੇ ਹੋ ਉਹਨਾਂ ਦੀ ਤਾਂ ਅਸੀਂ ਕੋਈ ਸਟੇਟਮੈਂਟ ਨਹੀਂ ਸੁਣੀ ਕਿ ਈਵੀਐਮ ਬੰਦ ਹੋਣੀ ਚਾਹੀਦੀ ਹੈ, ਬੈਲਟ ਪੇਪਰ ਨਾਲ ਚੁਣਾव ਹੋਣੇ ਚਾਹੀਦੇ ਹੈ। दुनिया के किसी भी देश ईवीएम इस्तेमाल नहीं हो रही है, एक दो कंट्रियां ने जिहड़ियां इस्तेमाल कर रही हैं, बाकी कोई कंट्री इस्तेमाल नहीं कर रही। ठीक ਪਿਆਰੇ ਦਰਸ਼ਕੋ, ਇੱਕ ਵਾਰ ਫੇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਹਰਵਿੰਦਰ ਸਿੰਘ ਚਾਵਲਾ, ਸਿੱਖ ਸੰਗਤ ਨਿਊਜ਼ 'ਤੇ ਤੁਹਾਡਾ ਸਵਾਗਤ ਕਰਦਾ। ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ, 5 ਸਟੇਟਾਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ, ਲਗਭਗ ਹੋ ਚੁੱਕੀਆਂ ਨੇ। ਲਾਸਟ ਚਰਨ ਦੀ ਚੋਣਾਂ ਜਿਹੜੀਆਂ ਨੇ ਉਹ ਰਹਿ ਚੁੱਕੀਆਂ ਨੇ ਯੂਪੀ ਦੀਆਂ, 7 ਤਰੀਕ ਨੂੰ ਉਹ ਵੀ ਪੂਰੀ ਹੋ ਜਾਣੀਆਂ ਨੇ। ਸੋ ਸਭ ਦਾ ਭਵਿੱਖ ਜਿਹੜਾ ਹੈ ਉਹ ਈਵੀਐਮ ਦੇ ਵਿੱਚ ਬੰਦ ਹੋ ਚੁੱਕਿਆ ਹੈ। ਅੱਜ ਅਸੀਂ ਕਿਸ ਮੁੱਦੇ ਤੇ ਲੈ ਕੇ ਹਾਜ਼ਰ ਹੋਏ ਹਾਂ? ਮੇਰੇ ਨਾਲ ਮੌਜੂਦ ਨੇ ਰੁਦਰਪੁਰ ਨਿਵਾਸੀ ਓਮਕਾਰ ਸਿੰਘ ਢਿੱਲਨ ਸਾਹਿਬ। ਇਹਨਾਂ ਦਾ ਤਾਰੂਫ ਕੀ ਹੈ ਤੁਹਾਨੂੰ ਕਰਾ ਦਈਏ। ਈਵੀਐਮ ਮਸ਼ੀਨ ਨੂੰ ਬੈਨ ਕਰਨ ਦੇ ਲਈ ਇਹਨਾਂ ਨੇ ਬਹੁਤ ਵੱਡੀ ਪੈਦਲ ਯਾਤਰਾ ਕੀਤੀ ਹੈ, ਲਗਭਗ 6700 ਕਿਲੋਮੀਟਰ ਦੀ। ਸੋ ਦੁਬਾਰਾ ਇਹਨਾਂ ਨੇ ਫਿਰ ਅਨਾਉਂਸਮੈਂਟ ਕੀਤੀ ਹੈ ਕਿ ਜਿਹੜੇ ਰਿਜ਼ਲਟ ਅਗਰ ਬੀਜੇਪੀ ਦੇ ਅਗੇਂਸਟ ਹੁੰਦੇ ਨੇ ਤੇ ਫਿਰ ਆਪਣੀ ਜਿਹੜੀ ਯਾਤਰਾ ਹੈ ਈਵੀਐਮ ਨੂੰ ਬੈਨ ਕਰਨ ਦੀ ਉਹ ਦੁਬਾਰਾ ਸ਼ੁਰੂ ਕਰਨਗੇ। ਇਸੇ ਹੀ ਟੌਪਿਕ ਤੇ ਸਾਰੀ ਚਰਚਾ ਕਰਦੇ ਹਾਂ। ਸਭ ਤੋਂ ਪਹਿਲਾਂ ਢਿੱਲਨ ਸਾਹਿਬ ਦਾ ਸਵਾਗਤ ਕਰਦੇ ਹਾਂ। ਢਿੱਲਨ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। धन्यवाद जी, बहुत बहुत। ਢਿੱਲਨ ਸਾਹਿਬ ਜੀ, ਇੱਕ ਗੱਲ ਦੱਸੋ, ਤੁਸੀਂ ਫਿਰ ਹੁਣ ਅਨਾਉਂਸਮੈਂਟ ਕੀਤੀ ਹੈ ਕਿ ਤੁਸੀਂ ਫਿਰ ਈਵੀਐਮ ਨੂੰ ਬੈਨ ਕਰਨ ਦੀ ਜਿਹੜੀ ਯਾਤਰਾ ਆਰੰਭ ਕਰਨੀ ਹੈ। ਪਹਿਲੀ ਜਿਹੜੀ ਤੁਹਾਡੀ ਯਾਤਰਾ ਸੀ ਉਹਦੇ ਵਿੱਚ ਕੀ ਕਮੀ ਰਹਿ ਗਈ ਕਿ ਤੁਹਾਨੂੰ ਮਨ ਮੁਤਾਬਕ ਜਿਹੜੀ ਤੁਸੀਂ ਇੱਛਾ ਸੀ ਕਿ ਈਵੀਐਮ ਨੂੰ ਬੰਦ ਕਰਨ ਦੀ, ਕੀ ਤੁਹਾਨੂੰ ਸਮਰਥਨ ਨਹੀਂ ਮਿਲਿਆ? नहीं, इस तरह नहीं है। मैं 12 अप्रैल ਨੂੰ ਦਿੱਲੀ ਪਹੁੰਚਣਾ ਸੀਗਾ 2020 ਵਿੱਚ, ਤੇ ਉਦੋਂ ਫਿਰ ਲੋਕਡਾਊਨ ਲੱਗ ਗਿਆ ਤੇ ਮੈਂ ਉਸ ਟਾਈਮ ਕਾਨਪੁਰ ਸੀਗਾ ਜਦੋਂ ਲੋਕਡਾਊਨ ਲੱਗਿਆ, ਤੇ ਲੋਕਡਾਊਨ ਬਾਅਦ ਮੈਂ ਘਰ ਆ ਗਿਆ ਸੀਗਾ, ਤੇ ਉਸ ਤੋਂ ਬਾਅਦ ਫਿਰ ਲਗਾਤਾਰ ਕਰੋਨਾ ਹੀ ਚੱਲਦਾ ਰਿਹਾ ਤੇ ਇਹ ਅੰਦੋਲਨ ਜੋ ਹੈ ਪੂਰਾ ਨਹੀਂ ਹੋ ਪਾਇਆ। ਨਹੀਂ, ਹੁਣ ਤੁਸੀਂ ਇਹ ਕਹਿੰਦੇ ਹੋ ਕਿ ਜੇ ਬੀਜੇਪੀ ਦੇ ਅਗੇਂਸਟ ਇਹ ਰਿਜ਼ਲਟ ਆਉਂਦਾ ਤਾਂ ਤੁਸੀਂ ਕਰੋਗੇ, ਜੇ ਕਾਂਗਰਸ ਦੇ ਅਗੇਂਸਟ ਹੁੰਦਾ ਫਿਰ ਨਹੀਂ ਕਰੋਗੇ? नहीं, फिर तो पॉलिटिकल पार्टियां करन आंदोलन, क्योंकि पॉलिटिकल पार्टियों को पता है कि इस टाइम जो माहौल है सरकार इन्हों की आ नहीं रही बीजेपी की, तो मान लिया फिर भी बीजेपी आ जाती है तो फिर तो पार्टियां की जिम्मेदारी नहीं, पार्टियां आंदोलन करन, फिर मेरी कोई जिम्मेदारी नहीं है। इस टाइम मेरी जिम्मेदारी है कि जो सरकार बीजेपी की चली जाती है तो फिर मैं कहना कि ईवीएम जो संदिग्ध है, जो मशीन सानू डाउटफुल है, जिते सानू संदेह है कि ये मशीन वोटां की हेराफेरी करती है, उन्होंने हटाने ਲਈ जनता ਨੂੰ जागरूक करने लिए फिर मैं आंदोलन चालू करूँगा। ਤੁਸੀਂ ਭਾਜੀ ਕਾਂਗਰਸ ਨੂੰ ਸਮਰਥਿਤ ਮੰਨੇ ਜਾਂਦੇ ਹੋ, ਜਿਹੜੇ ਈਵੀਐਮ ਨੂੰ ਬੈਨ ਕਰਨ ਲਈ ਤੁਸੀਂ ਮੁਹਿੰਮ ਛੇੜੀ ਹੋਈ ਹੈ, ਯਾਤਰਾ ਕੀਤੀ ਹੈ, ਉਸ ਈਵੀਐਮ ਦੇ ਨਾਲ ਸਾਡੇ ਇੰਡੀਆ ਦੇ ਕਈ ਸਟੇਟਾਂ 'ਚ ਤੁਹਾਡੀ ਸਰਕਾਰ ਹੈ। ਇਹਦਾ ਮਤਲਬ ਜਦੋਂ ਤੁਹਾਡੀ ਸਰਕਾਰ ਆ ਜਾਏ ਉਦੋਂ ਠੀਕ ਹੈ, ਹੁਣ ਮੰਨ ਲਓ ਤੁਹਾਡੀ ਸਰਕਾਰ ਨਹੀਂ ਆਉਂਦੀ ਤਾਂ ਈਵੀਐਮ ਖਰਾਬ ਹੈ। ਦੇਖੋ, ਦੋ ਤਿੰਨ ਚੀਜ਼ਾਂ ਨੇ। ਇੱਕ ਤਾਂ ਜਿਹੜਾ ਚੋਰ ਹੁੰਦਾ ਰੋਜ਼ ਚੋਰੀ ਨਹੀਂ ਕਰਦਾ, ਉਹ ਕਦੀ ਜੇ ਮੰਨ ਲਓ ਰੋਜ਼ ਚੋਰੀ ਕਰਕੇ ਫੜਿਆ ਜਾਏਗਾ। ਦੂਜੀ ਗੱਲ, ਇਹਨਾਂ ਨੂੰ ਰਾਜ ਸਭਾ 'ਚ ਚਾਹੀਦਾ ਸੀਗਾ ਬਹੁਮਤ, ਤੇ ਇਹਨਾਂ ਨੇ ਲੈ ਲਿਆ। ਇਹਨਾਂ ਨੂੰ ਇਸ ਟਾਈਮ ਜ਼ਿਆਦਾ ਲੋੜ ਹੈ ਨਹੀਂ ਰਾਜ ਸਭਾ 'ਚ, ਇਹ ਲੋਕ ਸਭਾ ਚੁਣਾਵ ਜ਼ਿਆਦਾ ਜੋ ਹੈ ਗੜਬੜ ਕਰਨਗੇ। ਫਿਲਹਾਲ ਜੋ ਹੈ ਮੈਨੂੰ ਲੱਗਦਾ ਨਹੀਂ ਕਿ ਸਟੇਟ ਦੇ ਚੁਣਾਵ 'ਚ ਜ਼ਿਆਦਾ ਗੜਬੜ ਕਰਨਗੇ। ਨਹੀਂ, ਇਹਦਾ ਮਤਲਬ ਜਿਹੜੀ ਹੁਣ ਰਿਜ਼ਲਟ ਆਉਣਾ ਹੈ ਇਹਦੇ ਵਿੱਚ ਈਵੀਐਮ ਦੀ ਗੜਬੜੀ ਨਹੀਂ ਹੋਏਗੀ ਤੇ ਅਗਲੇ ਜਿਹੜੇ ਚੁਣਾਵ ਹੋਣੇ ਉਹਦੇ ਵਿੱਚ ਗੜਬੜੀ ਹੋਏਗੀ। ਚਾਂਸ ਘੱਟ ਨੇ, ਬਾਕੀ ਹੋ ਸਕਦਾ ਸਾਡੇ ਇੱਥੇ ਤਾਂ ਨਹੀਂ ਹੋਏਗੀ। ਮੈਨੂੰ ਲੱਗਦਾ ਕਿ ਉੱਤਰਾਖੰਡ 'ਚ ਤਾਂ ਬਹੁਤ ਮੁਸ਼ਕਿਲ ਹੈ। ਭਾਜੀ, ਤੁਹਾਡੇ ਕਾਂਗਰਸ ਵਾਲੇ ਤਾਂ 24 ਘੰਟੇ ਉਹਦੀ ਰਾਖੀ ਕਰ ਰਹੇ ਨੇ, ਦਿਨ ਰਾਤ ਲਗਾਤਾਰ ਉੱਥੇ ਰਾਖੀ ਕਰ ਰਹੇ ਨੇ। ਵੇਖੋ, ਸੰਦਿਗਧ ਹੈ ਹੀ। ਮੈਂ ਕਹਿੰਦਾ ਮਸ਼ੀਨਾਂ ਸੰਦਿਗਧ ਨੇ, ਇਹਨੂੰ ਜੇ ਉਹਨਾਂ ਨੇ ਇੱਕ ਸੌਫਟਵੇਅਰ ਦਾ ਡਾਊਨਲੋਡ ਕਰਨਾ ਸਾਰਾ ਕੰਮ ਹੋ ਜਾਣਾ ਹੈ, तो इसलिए निगरानी करनी पै रही है। मैं कल लखनऊ सीगा, परसों लखनऊ भी पूरी चौकीदारी हो रही है। बाकायदा उन्होंने SDM ਨੂੰ कुछ समान ले जाने अंदर फड़िया सपा के लोगों ने, ਉਹਦੀ ਬਾਕਾਇਦਾ ਅਖਿਲੇਸ਼ ਯਾਦਵ ਨੇ ਵੀਡੀਓ ਵੀ ਸ਼ੇਅਰ ਕੀਤੀ ਹੋਈ ਆਪਣੀ ਵਾਲ ਤੇ ਉਹਨੇ ਹੀ ਮੰਨਿਆ ਕਿ ਸੰਦਿਗਧ ਮਸ਼ੀਨਾਂ ਨੇ, ਅਸੀਂ ਇਹਦੇ ਖਿਲਾਫ ਜੋ ਹੈ ਇੱਕ ਮੁਹਿੰਮ ਚਾਲੂ ਕਰਾਂਗੇ ਬਾਅਦ ਵਿੱਚ। ਇੱਕ ਜੀ ਸਾਨੂੰ ਸਮਝ ਨਹੀਂ ਆਉਂਦੀ, ਜਿਹੜੇ ਈਵੀਐਮ ਦੇ ਖਿਲਾਫ ਤੁਸੀਂ
ਮੁਹਿੰਮ ਛੇੜੀ ਹੈ ਉਸ ਈਵੀਐਮ ਨੂੰ ਤੁਸੀਂ ਲੈ ਕੇ ਆਏ ਸੀ, ਤੁਹਾਡੀ ਸਰਕਾਰ ਲੈ ਕੇ ਆਏ ਸੀ, ਕਾਂਗਰਸੀ ਤਾਂ ਲੈ ਕੇ ਆਏ ਸੀ, ਕੋਈ ਬੀਜੇਪੀ ਥੋੜਾ ਨਾ ਲੈ ਕੇ ਆਏ ਸੀ। ਇਹ ਤਾਂ ਯਾਰ ਇੱਕ ਵੇਖੋ ਸਵਾਲ ਤਾਂ ਉੱਠੇ ਜਾਣਗੇ ਨਾ ਭਾਜੀ, ਜਿਹੜੀ ਈਵੀਐਮ ਨੂੰ ਤੁਸੀਂ ਲੈ ਕੇ ਆਉਂਦੇ ਹੋ ਤੁਹਾਡੇ ਪੱਖ ਰਿਜ਼ਲਟ ਦੀ ਤੁਸੀਂ ਕਹਿੰਦੇ ਹੋ ਖਰਾਬ ਹੈ। ਨਹੀਂ ਮੈਂ ਦੱਸਾਂ, ਈਵੀਐਮ ਨੂੰ ਕੌਣ ਪਹਿਲਾਂ ਈਵੀਐਮ ਨੂੰ ਕੌਣ ਲੈ ਕੇ ਆਇਆ ਸੀਗਾ? ਈਵੀਐਮ ਨੂੰ ਕਾਂਗਰਸ ਲੈ ਕੇ ਆਈ ਹੈ, ਲੇਕਿਨ ਮੈਂ ਦੱਸਾਂ ਜਿਵੇਂ ਅਵਿਸ਼ਕਾਰ ਹੁੰਦੇ ਨੇ ਚੀਜ਼ਾਂ ਦੇ, ਜਿਵੇਂ ਬਲੇਡ ਦਾ ਇਸਤੇਮਾਲ ਹੋਇਆ ਅਵਿਸ਼ਕਾਰ ਹੋਇਆ ਹੋਵੇਗਾ ਤੇ ਉਹਦਾ ਅਵਿਸ਼ਕਾਰ ਜੇਬ ਕੱਟਣ ਲਈ ਜਾਂ ਕਿਸੇ ਦਾ ਗਲਾ ਕੱਟਣ ਲਈ ਨਹੀਂ ਹੋਇਆ ਹੋਵੇਗਾ, ਉਹਦਾ ਅਵਿਸ਼ਕਾਰ ਹੋਇਆ ਹੋਵੇਗਾ ਕਿ ਸਰਜਰੀ ਕਰਨੀ ਹੈ ਜਾਂ ਕਿਸੇ ਦੀ ਸ਼ੇਵਿੰਗ ਕਰਨੀ ਉਹਦੇ ਲਈ ਹੋਇਆ ਹੋਵੇਗਾ। ਇਹਨਾਂ ਨੇ ਮਿਸਯੂਜ਼ ਕੀਤਾ ਮਸ਼ੀਨਾਂ ਦਾ। ਮਸ਼ੀਨਾਂ ਵੇਖੋ, ਮਸ਼ੀਨ ਕੋਈ ਆਪੇ ਤੋਂ ਖਰਾਬ ਹੋ ਜਾਏਗੀ। ਜਿਹੜਾ ਇਸ ਟਾਈਮ ਅਮਿਤ ਸ਼ਾਹ ਤੇ ਮੋਦੀ ਨੇ ਜੋ ਇਹਨਾਂ ਤੇ ਕੀ ਨਾ ਜਾਂ ਪੈਗਾਸਸ ਲਾਇਆ, ਜਿਨ੍ਹਾਂ ਦੀ ਰਿਕਾਰਡਿੰਗ ਕੀਤੀ ਕਾਲ, ਉਹਦੇ 'ਚ ਨਿਰਵਾਚਨ ਆਯੋਗ ਵੀ ਹੋਏਗਾ ਜਾਂ ਸੁਪਰੀਮ ਕੋਰਟ ਦੇ ਜੱਜ ਵੀ ਨੇ, ਉਹ ਵੀ ਬਲੈਕਮੇਲ ਹੋ ਰਹੇ ਨੇ, ਨਿਰਵਾਚਨ ਆਯੋਗ ਬਲੈਕਮੇਲ ਹੋ ਰਿਹਾ ਹੋਏਗਾ ਤੇ ਉਹ ਸਭ ਕੰਮ ਕਰ ਰਹੇ ਨੇ। ਯਾਰ ਤੁਸੀਂ ਤਾਂ ਨਿਰਵਾਚਨ ਆਯੋਗ ਤੇ ਸਵਾਲ ਚੁੱਕਦੇ ਹੋ। ਬਿਲਕੁਲ ਬਈ ਇੱਕ ਸੈਕਿੰਡ ਰੁਕੋ ਭਾਜੀ, ਇਸੇ ਈਵੀਐਮ ਦੇ ਨਾਲ ਹੁਣੇ ਤਾਜ਼ਾ ਤੁਹਾਡੀ ਬੰਗਾਲ ਸਰਕਾਰ ਬਣੀ ਹੈ ਉਦੋਂ ਕਿਉਂ ਨਹੀਂ ਤੁਸੀਂ ਸੜਕਾਂ 'ਤੇ ਉਤਰਿਆ ਕਿ ਈਵੀਐਮ ਬੈਨ ਕਰੋ? ਬੀਜੇਪੀ ਮਤਲਬ ਜਦੋਂ ਤੁਹਾਡੀ ਸਰਕਾਰ ਆ ਜਾਏ ਉਦੋਂ ਈਵੀਐਮ ਠੀਕ ਹੈ, ਜਦੋਂ ਨਾ ਆਏ ਉਦੋਂ ਤੁਸੀਂ ਸੜਕਾਂ 'ਤੇ ਉਤਰ ਪੈਂਦੇ ਹੋ। ਬੀਜੇਪੀ 3 ਸੀਟਾਂ ਤੋਂ 80 ਸੀਟਾਂ ਤੇ ਪਹੁੰਚ ਗਈ, ਇਹ ਈਵੀਐਮ ਦਾ ਹੀ ਕੰਮ ਸੀਗਾ। ਅਗਲੀ ਵਾਰ ਉਹ ਕੋਸ਼ਿਸ਼ ਕਰਨਗੇ ਪੂਰਾ ਅੱਗੇ ਪਹੁੰਚ ਜਾਈਏ। ਪਲਾਨਿੰਗ ਇਹਨਾਂ ਦੀ ਇਹੋ ਹੀ ਹੈ ਕਿ ਇਹ ਲੋਕਾਂ ਨੂੰ ਸ਼ੱਕ ਨਾ ਹੋਵੇ ਕਿ ਮਸ਼ੀਨਾਂ ਖਰਾਬ ਨੇ, ਤਦ ਇੱਕ ਵਾਰ ਚੁਣਾਵ ਹਾਰ ਜਾਂਦੇ ਨੇ, 2 ਜਿੱਤ ਜਾਂਦੇ ਨੇ, 2 ਹਾਰ ਜਾਂਦੇ ਨੇ, 1 ਜਿੱਤ ਜਾਂਦੇ ਨੇ। ਪਾਰਟੀ ਸੜਕਾਂ ਤੇ ਕਿਉਂ ਨਹੀਂ ਉਤਰਦੀ? ਜਦ ਤੁਸੀਂ ਕਹਿੰਦੇ ਹੋ ਇਕੱਲੇ ਤੁਸੀਂ ਸੜਕਾਂ ਉਤਰੇ, ਤੁਹਾਨੂੰ ਪਾਰਟੀ ਦਾ ਕਿਉਂ ਨਹੀਂ ਸਮਰਥਨ ਮਿਲਿਆ? ਇੰਨੀ ਵੱਡੀ ਤੁਸੀਂ ਯਾਤਰਾ ਕੀਤੀ, 6700 ਕਿਲੋਮੀਟਰ ਯਾਤਰਾ ਤੁਹਾਡੀ ਪੈਦਲ ਯਾਤਰਾ ਹੈ। ਇਹ ਯਾਤਰਾ ਕੋਈ ਛੋਟੀ ਮੋਟੀ ਯਾਤਰਾ ਨਹੀਂ ਹੈ। ਮੈਨੂੰ ਲੱਗਦਾ ਕਿ ਆਲ ਓਵਰ ਇੰਡੀਆ 'ਚ ਇਕੱਲੇ ਤੁਸੀਂ ਹੋ ਜਿਨ੍ਹਾਂ ਨੇ ਇੰਨੀ ਵੱਡੀ ਯਾਤਰਾ ਕੀਤੀ ਹੈ। ਪਾਰਟੀ ਤੁਹਾਨੂੰ ਕਿਤੇ ਸਪੋਰਟ ਹੈਗੀ ਨਹੀਂ ਹੈ, ਤੁਸੀਂ ਇਕੱਲੇ ਚੌਧਰੀ ਬਣੇ ਫਿਰਦੇ ਹੋ। ਨਹੀਂ, ਜੋ ਦਿੱਲੀ ਪਹੁੰਚਣਾ ਸੀ, ਦਿੱਲੀ ਚੰਗਾ ਭਲਾ ਪ੍ਰਦਰਸ਼ਨ ਹੋਣਾ ਸੀਗਾ ਸਾਡਾ 12 ਅਪ੍ਰੈਲ ਨੂੰ। ਉੱਥੇ ਵੱਡਾ ਪ੍ਰੋਗਰਾਮ ਸੀਗਾ ਜਿੱਥੇ ਕੀ ਨਾ ਮੇਰੀ ਕਰਨ ਗੋਪੀਨਾਥ ਨਾਲ ਗੱਲ ਹੋਈ ਸੀ, ਕਨਈਆ ਨਾਲ ਗੱਲ ਹੋ ਗਈ ਸੀਗੀ, ਹਾਰਦਿਕ ਪਟੇਲ ਨਾਲ ਗੱਲ ਹੋਈ ਪਈ ਸੀਗੀ, ਅਖਿਲੇਸ਼ ਯਾਦਵ ਜੀ ਨਾਲ ਗੱਲ ਹੋਈ ਪਈ ਸੀ, ਬਹੁਤ ਲੋਕਾਂ ਦਾ, ਬਲਕਿ ਮਾਇਆਵਤੀ ਦਾ ਜਿਹੜਾ ਸਤੀਸ਼ ਮਿਸ਼ਰਾ ਉਹਨਾਂ ਨਾਲ ਮੇਰੀ ਗੱਲ ਹੋਈ ਸੀਗੀ, ਸਮਰਥਨ ਦੇਣਗੇ। ਸੰਜੇ ਸਿੰਘ ਨਾਲ ਮੇਰੀ ਗੱਲ ਹੋ ਚੁੱਕੀ ਸੀਗੀ। ਜਤਿਨ ਪ੍ਰਸਾਦ ਜੋ ਇਸ ਟਾਈਮ ਕਾਂਗਰਸ ਚਲੇ, ਬੀਜੇਪੀ ਚਲੇ ਗਏ ਨੇ, ਉਹਨਾਂ ਨਾਲ ਮੇਰੀ ਗੱਲ ਹੋ ਚੁੱਕੀ। ਅੱਛਾ, ਕਰੋਨਾ ਕਰਕੇ ਰੁਕ ਗਿਆ ਕੰਮ? ਹਾਂ, ਕਰੋਨਾ ਕਰਕੇ ਯਾਤਰਾ ਰੁਕ ਗਈ ਮੇਰੀ, ਜਦੋਂ ਲੋਕਡਾਊਨ ਲੱਗ ਗਿਆ ਪੂਰੇ ਦੇਸ਼ 'ਚ। ਭਾਜੀ ਹੁਣ ਵੀ ਇਲੈਕਸ਼ਨ ਈਵੀਐਮ ਦੇ ਨਾਲ ਹੀ ਹੋ ਰਹੇ ਨੇ। ਜਿਨ੍ਹਾਂ ਤੁਸੀਂ ਨਾਮ ਲੈ ਰਹੇ ਹੋ ਉਹਨਾਂ ਦੀ ਤਾਂ ਅਸੀਂ ਕੋਈ ਸਟੇਟਮੈਂਟ ਨਹੀਂ ਸੁਣੀ ਕਿ ਈਵੀਐਮ ਬੰਦ ਹੋਣੀ ਚਾਹੀਦੀ ਹੈ, ਬੈਲਟ ਪੇਪਰ ਨਾਲ ਚੁਣਾਵ ਹੋਣੇ ਚਾਹੀਦੇ ਹੈ। ਨਹੀਂ, ਹੈਗੀਆਂ ਨੇ ਛੋਟੇ ਛੋਟੇ, ਉਹਨਾਂ ਨੇ ਦਿੱਤੀਆਂ ਨੇ, ਕਈ ਜਗ੍ਹਾ ਬੋਲਿਆ। ਰਾਹੁਲ ਗਾਂਧੀ ਨੇ ਬੋਲਿਆ ਕਿ ਈਵੀਐਮ ਸੰਦਿਗਧ ਹੈਗੀਆਂ ਨੇ, ਅਖਿਲੇਸ਼ ਯਾਦਵ ਨੇ ਬੋਲਿਆ ਸੰਦਿਗਧ ਨੇ। ਵੇਖੋ, ਡਾਊਟਫੁਲ ਮਸ਼ੀਨਾਂ ਹੈਗੀਆਂ ਨੇ। ਇੱਕ ਤੇ ਭਾਜੀ ਇੱਕ ਮੇਰੀ ਗੱਲ ਸੁਣੋ, ਵੇਖੋ ਆਰੋਪ ਤੇ ਕੋਈ ਵੀ ਲਗਾ ਸਕਦਾ ਹੈ ਯਾਰ, ਤੁਸੀਂ ਕੋਈ ਐਵੀਡੈਂਸ ਤਾਂ ਦਿਓ, ਉਹਨਾਂ ਦੇ ਸਾਹਮਣੇ ਲਿਆ ਕੇ ਦਿਓ ਕਿ ਇਹ ਵੇਖੋ ਆਰੋਪ ਤਾਂ ਲਗਾਉਣਾ ਜਿਹੜਾ ਵਿਪਕਸ਼ ਉਹਦਾ ਕੰਮ ਹੀ ਆਰੋਪ ਲਗਾਉਣਾ। ਤੁਸੀਂ ਕੋਈ ਤੱਥ ਦਿਓ, ਕੋਈ ਪੇਸ਼ ਕਰੋ ਵੀ ਜਿਹਦੇ ਨਾਲ ਪਤਾ ਲੱਗ ਸਕੇ, ਆਮ ਪਬਲਿਕ ਦੇ ਵਿੱਚ ਜਾਗਰੂਕਤਾ ਆ ਸਕੇ। ਦੁਨੀਆ ਦੇ ਕਿਸੇ ਵੀ ਦੇਸ਼ 'ਚ ਈਵੀਐਮ ਇਸਤੇਮਾਲ ਨਹੀਂ ਹੋ ਰਹੀ ਹੈ। 1-2 ਕੰਟਰੀਆਂ ਨੇ ਜਿਹੜੀਆਂ ਇਸਤੇਮਾਲ ਕਰ ਰਹੀਆਂ ਨੇ, ਬਾਕੀ ਕੋਈ ਕੰਟਰੀ ਇਸਤੇਮਾਲ ਨਹੀਂ ਕਰ ਰਹੀ। ਠੀਕ ਹੈ ਕਿ ਇਹ ਸੰਦਿਗਧ ਨੇ ਮਸ਼ੀਨਾਂ। ਦੂਜੀ ਗੱਲ, ਇਹਨਾਂ ਦਾ ਕੀ ਨਾ ਜਾਂ ਨਰਿੰਦਰ ਮੋਦੀ ਨੇ ਜੋ ਹੈ ਸਟੇਟਮੈਂਟ ਦਿੱਤੀ ਸੀਗੀ ਈਵੀਐਮ ਦੇ ਕਿ ਅੱਗੇ ਉਹਦੇ ਖਿਲਾਫ ਕਿ ਈਵੀਐਮ ਮਸ਼ੀਨਾਂ ਬੰਦ ਹੋਣੀ ਚਾਹੀਦੀ। ਕਦੋਂ ਸਟੇਟਮੈਂਟ ਦਿੱਤੀ ਸੀ? ਮੇਰੇ ਕੋਲ ਰਿਕਾਰਡਿੰਗ ਤੁਹਾਨੂੰ ਭੇਜ ਦੂੰਗਾ, ਰਿਕਾਰਡਿੰਗ ਉਹਦੀ ਇਸ ਵੀਡੀਓ 'ਚ ਐਡ ਕਰ ਦਿਓ ਉਹਨੂੰ। ਠੀਕ ਹੈ। ਦੂਜੀ ਗੱਲ ਕੀ ਨਾ ਜਾਂ ਇਹਨਾਂ ਨੇ ਰਿਟ ਦਾਇਰ ਕੀਤੀ ਸੀਗੀ ਕੋਰਟ ਵਿੱਚ, ਸੁਪਰੀਮ ਕੋਰਟ 'ਚ, ਅਡਵਾਨੀ ਨੇ, ਕਿ ਈਵੀਐਮ ਮਸ਼ੀਨਾਂ ਬੰਦ ਹੋਣੀ ਚਾਹੀਦੀਆਂ ਨੇ। ਸੁਬਰਮਨ ਸਵਾਮੀ ਨੇ ਭਾਈ ਐਸੇ ਵੀ ਉਹਨਾਂ ਦੀ ਸਰਕਾਰਾਂ ਪਤਾ ਕਿੱਥੋਂ ਦੀ ਕਿੱਥੇ ਪਹੁੰਚ ਗਈਆਂ। ਤੁਸੀਂ ਕਹਿ ਰਹੇ ਹੋ ਵੀ ਉਹ 2009 'ਚ ਕਹਿ ਰਹੇ ਸੀਗੇ, ਹੁਣ ਸਰਕਾਰਾਂ ਬਦਲ ਗਈਆਂ, ਉਹਨਾਂ ਦੇ ਫੇਵਰ ਤੇ ਕੰਮ ਕਰ ਰਹੀ ਮਸ਼ੀਨ। ਦੇਖੋ, ਮਸ਼ੀਨ ਕੋਈ ਖਰਾਬ ਥੋੜੀ ਹੈ। ਮਸ਼ੀਨ ਚਲਾਉਣ ਵਾਲਿਆਂ ਦੀ ਨੀਅਤ ਉੱਤੇ ਸਵਾਲ ਹੋ ਰਿਹਾ ਕਿ ਮਸ਼ੀਨ ਨਾਲ ਆਸਾਨੀ ਨਾਲ ਅਸੀਂ ਜੋ ਉਹਨੂੰ ਮੋਨੀਪੂਲੇਟ ਕਰ ਸਕਦੇ ਹਾਂ। ਇੱਕ ਬੰਦਾ ਹੀ ਪੂਰੇ ਸਟੇਟ ਦੀਆਂ, ਪੂਰੇ ਦੇਸ਼ ਦੀਆਂ ਮਸ਼ੀਨਾਂ ਜੋ ਹੈ ਸੈੱਟ ਕਰ ਸਕਦਾ ਹੈ ਪ੍ਰੋਗਰਾਮ। ਤੁਹਾਡੇ ਕਹਿਣ ਦਾ ਮਤਲਬ ਕਿ ਈਵੀਐਮ ਬੜਾ ਸੌਫਟ ਟਾਰਗੇਟ ਹੈ, ਬੂਥ ਕੈਪਚਰ ਨਹੀਂ ਕੀਤੇ ਜਾ ਸਕਦੇ ਈਵੀਐਮ ਦੇ ਦੁਆਰਾ। ਬੜਾ ਜਿਹੜਾ ਆਸਾਨੀ ਨਾਲ ਹੋ ਜਾਏਗਾ ਇਹ ਤੁਹਾਡਾ ਕਹਿਣ ਦਾ ਮਤਲਬ। ਜੋ ਕੰਮ ਜੋ ਇੱਕ ਬੰਦਾ ਹੀ ਕਰ ਲੇਗਾ ਪੂਰਾ ਤੇ ਬੂਥ ਕੈਪਚਰਿੰਗ। ਅੱਛਾ, ਹੁਣ ਜਿਹੜੀ ਤੁਸੀਂ ਮੁਹਿੰਮ ਸ਼ੁਰੂ ਕਰਨ ਲੱਗੇ ਹੋ ਉਹਦੇ ਵਿੱਚ ਪਾਰਟੀ ਦਾ ਸਟੈਂਡ ਕੀ ਹੈ? ਤੁਹਾਡੇ ਨਾਲ ਕੌਣ ਖਲੋਤਾ ਹੈ? ਮੈਂ ਇਹ 10 ਤਰੀਕ ਬਾਅਦ ਮੈਂ ਦਿੱਲੀ ਜਾਣਾ ਹੈ ਤੇ ਮੈਂ ਲਖਨਊ ਹੋ ਕੇ ਆਇਆ ਅੱਜ ਪਰਸੋਂ, ਤੇ ਮੇਰੀ ਗੱਲਬਾਤ ਹੋਈ ਹੈ। ਹੁਣ ਇਸ ਟਾਈਮ ਮੈਂ ਕਲੀਅਰ ਕਰਕੇ ਚੱਲੂੰਗਾ ਪਾਰਟੀ ਦਾ ਕਿੰਨਾ ਸਮਰਥਨ ਮਿਲਦਾ ਮੈਨੂੰ, ਕਿਉਂਕਿ ਮੈਨੂੰ ਪੂਰੀ ਜੇ ਪਾਰਟੀ ਦਾ ਸਮਰਥਨ ਨਹੀਂ ਮਿਲੇਗਾ ਫਿਰ ਤੁਹਾਡਾ ਕੀ ਹੋਏਗਾ? ਨਹੀਂ, ਮੈਂ ਫਿਰ ਪਾਰਟੀ ਦੇ ਖਿਲਾਫ ਹੀ ਚੱਲਾਂਗੇ ਬਈ। ਸਰਕਾਰ ਇੱਥੇ ਪਾਰਟੀ ਨੂੰ ਛੱਡ ਦਿਓ, ਤੁਸੀਂ ਜ਼ਿਲ੍ਹਾ ਉਪਾਧਿਕਸ਼ ਫਿਰ ਪਾਰਟੀ ਛੱਡ ਦਿਓਗੇ ਤੁਸੀਂ? ਨਹੀਂ, ਪਾਰਟੀ ਤਾਂ ਨਹੀਂ ਛੱਡਣਾ। ਮੈਂ ਇਸਤੀਫਾ ਵਾਲੇ ਦੇ ਦਾਂ ਆਪਣੇ ਪਦ ਤੋਂ। ਪਾਰਟੀ ਮੈਨੂੰ ਕੱਢ ਦੇ ਭਾਈ, ਜਾਊਂਗਾ ਤਾਂ ਕਾਂਗਰਸ ਹੀ, ਕਿਉਂਕਿ ਜਿਹੜਾ ਬੰਦਾ ਜਿਹਨੂੰ ਦੇਸ਼ ਪ੍ਰੇਮ ਹੈ ਉਹ ਕਾਂਗਰਸ ਹੀ ਹੋਏਗਾ। ਸਿੱਧੀ ਗੱਲ ਹੈ, ਮੇਰਾ ਤੇ ਮੰਨਣਾ ਹੈ। ਬਾਕੀ ਜਿਹੜੇ ਕਾਂਗਰਸ ਵਾਲੇ ਨਹੀਂ ਹੈਗੇ ਸਾਰੇ ਕੋਈ ਬਿਲਕੁਲ ਇਹ ਦੇਸ਼ ਦਾ ਜੋ ਨਾਸ ਮਾਰ ਰਹੇ ਨੇ, ਇਹ ਬੀਜੇਪੀ ਵਾਲੇ ਹੀ ਮਾਰ ਰਹੇ ਨੇ, ਜਾਂ ਜੋ ਕਾਂਗਰਸ ਦੇ ਖਿਲਾਫ ਵੋਟ ਪਾ ਰਹੇ ਨੇ, ਇਹ ਮਾਰ ਰਹੇ ਨੇ। ਭਾਜੀ ਉਹ ਤਾਂ ਕਹਿੰਦੇ ਆ ਕਿ ਜਿਹੜਾ ਰਾਸ਼ਟਰਪਤੀ ਦੇਸ਼ ਪ੍ਰੇਮੀ ਉਹ ਬੀਜੇਪੀ ਦੇ ਸ਼ਾਮਿਲ। ਮੈਂ ਕੱਲ ਦਿੱਲੀ ਦੀ ਗੱਲ ਦੱਸਾਂ, ਦਿੱਲੀ ਸੀਗਾ ਮੈਂ ਇੱਕ ਬੰਦਾ ਮੇਰੇ ਮਿਲ ਗਿਆ। ਮੈਂ ਕਿਹਾ ਭਾਈ ਸਾਹਿਬ, ਮੋਦੀ ਨੇ ਦੇਸ਼ ਬਰਬਾਦ ਕਰ ਦਿਆ। ਕਹਿੰਦਾ ਨਹੀਂ, ਮੋਦੀ ਦੀ ਗਲਤੀ ਨਹੀਂ, ਜਨਤਾ ਦੀ ਗਲਤੀ ਹੈ, ਵੋਟ ਦੇ ਰਹੇ ਹੋ ਉਸੇ। ਤੇ ਜੇ ਅਸੀਂ ਮੋਦੀ ਨੂੰ ਵੋਟ ਪਵਾ ਰਹੇ ਹਾਂ ਤੇ ਇਸ ਨਾਲ ਗਲਤੀ ਅਸੀਂ ਕਰ ਹੀ ਰਹੇ ਹਾਂ। ਭਾਜੀ ਮੋਦੀ ਸਾਹਿਬ ਨੂੰ ਇੱਕ ਵਾਰੀ ਲੋਕੀ ਦੇ ਸਕਦੇ ਨੇ, 2 ਵਾਰ ਦੇ ਸਕਦੇ, ਕਿੰਨੇ ਬਹੁਮਤ ਦੇ ਨਾਲ ਸਰਕਾਰ ਆ ਰਹੀ ਹੈ? ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਤਦੇ ਸਵਾਲ ਈਵੀਐਮ ਤੇ ਆਉਂਦਾ ਹੈ ਜਦੋਂ ਇਹ 2019 ਚੁਣਾਵ ਜਿੱਤੇ? ਤੁਹਾਡੇ ਕਹਿਣ ਦਾ ਜਿਹੜੀ ਸਮਰਥਨ ਹੈ ਸਾਰੇ ਈਵੀਐਮ ਦਾ ਕਮਾਲ ਹੈ। ਬਿਲਕੁਲ 100%। ਨਹੀਂ, ਤੁਹਾਡੀ ਉਪਲਬਧੀ ਕੀ ਹੈ? ਤੁਸੀਂ ਇਹਨਾਂ ਤੇ ਆਰੋਪ ਲਗਾ ਦਿਓ, ਤੁਹਾਡੀ ਉਪਲਬਧੀ ਦੱਸੋ ਕਿ ਤੁਹਾਨੂੰ ਵੋਟ ਕਿਉਂ ਦੇ ਪਬਲਿਕ? ਕਾਂਗਰਸ ਨੂੰ? ਹਾਂ, ਤੁਹਾਨੂੰ ਕਿਉਂ ਵੋਟ ਦੇ? ਜੋ ਚੀਜ਼ਾਂ ਵੇਚ ਰਹੇ ਨੇ, ਅੱਜ ਸਰਕਾਰ ਵੇਚ ਰਹੀ ਹੈ, ਇਹ ਚੀਜ਼ਾਂ ਨਹੀਂ ਵਿਕਣਗੀਆਂ, ਰੋਜ਼ਗਾਰ ਮਿਲੇਗਾ। ਅੱਜ ਯੂਪੀ 'ਚ ਕੀ ਖੇਤਾਂ 'ਚ ਸਾਂਢ ਘੁੰਮ ਰਹੇ ਨੇ। ਠੀਕ ਹੈ, ਜਨਤਾ ਨੂੰ ਰੋਜ਼ਗਾਰ ਨਹੀਂ ਹੈ, ਪਬਲਿਕ ਪਰੇਸ਼ਾਨ ਹੈ। ਖਾਲੀ 5 ਕਿਲੋ ਰਾਸ਼ਨ ਦੇ ਭਾਈ, ਇਨਸਾਨ ਦਾ ਜਨਮ 5 ਕਿਲੋ ਰਾਸ਼ਨ ਲੈਣ ਲਈ ਨਹੀਂ ਹੋਇਆ ਪਿਆ ਹੈ।
ਉਹਨਾਂ ਨੂੰ ਤੁਸੀਂ ਰੋਜ਼ਗਾਰ ਤੋਂ ਕੰਮ ਤੋਂ ਇੱਕ ਸਰ ਉਠਾ ਕੇ ਜ਼ਿੰਦਗੀ ਜੀਣੋ, ਇਹਨਾਂ ਨੇ ਉਹਨਾਂ ਨੂੰ ਭਿਖਾਰੀ ਬਣਾ ਦਿੱਤਾ ਹੈ ਜੋ ਇਹਨਾਂ ਦੀ ਚਲੋ ਸਰਕਾਰ ਖੈਰ, ਸਾਡਾ ਟੌਪਿਕ ਅੱਜ ਦਾ ਈਵੀਐਮ ਦਾ ਹੈਗਾ ਸੀਗਾ। ਹੁਣ ਤੁਹਾਡੀ ਕੀ ਰੂਪ ਰੇਖਾ ਹੈ ਈਵੀਐਮ ਦੇ ਲਈ, ਜਿਹੜੀ ਤੁਸੀਂ ਦੁਬਾਰਾ ਯਾਤਰਾ ਕਰਨ ਜਾ ਰਹੇ ਹੋ ਉਹਦੇ ਲਈ ਮੇਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ। ਜੋ ਮੇਰੀ ਯਾਤਰਾ ਸੀਗੀ ਉਹ ਮੈਂ ਉਸ ਟਾਈਮ ਨਿਕਲਿਆ ਸੀਗਾ 18 ਅਗਸਤ 2019 ਨੂੰ ਰੁद्रपुर ਤੋਂ। ਦਿੱਲੀ ਤੋਂ ਮੈਂ ਨਿਕਲਿਆ ਹਰਿਆਣਾ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਤਮਿਲਨਾਡੂ, ਆਂਧਰਾ ਪ੍ਰਦੇਸ਼, ਉੜੀਸਾ, ਵੈਸਟ ਬੰਗਾਲ, ਝਾਰਖੰਡ, ਬਿਹਾਰ। ਉੱਥੋਂ ਦੇ ਬਾਅਦ 'ਚ ਮੈਂ ਲਖਨਊ ਆਇਆ। ਲਖਨਊ ਤੋਂ ਜੋ ਕਾਨਪੁਰ ਪਹੁੰਚਿਆ ਤਾਂ ਲੋਕਡਾਊਨ ਲੱਗ ਗਿਆ ਸੀਗਾ, ਤੇ ਲੋਕਡਾਊਨ ਲੱਗਿਆ ਮੈਂ ਘਰ ਆ ਗਿਆ। ਉਸ ਤੋਂ ਬਾਅਦ ਲਗਾਤਾਰ ਲੋਕਡਾਊਨ ਚੱਲਦਾ ਰਿਹਾ, ਕਰੋਨਾ ਕਾਲ ਚੱਲਦਾ ਰਿਹਾ। ਹੁਣ ਵੀ ਅਜੇ ਕਰੋਨਾ ਇਲੈਕਸ਼ਨ 'ਚ ਕਰੋਨਾ ਕਾਲ ਦੇ ਨਿਯਮ 'ਚ ਕਈ ਸਾਰੀਆਂ ਗਾਈਡਲਾਈਨਸ ਸੀਗੀਆਂ ਕਿ ਮੈਨੂੰ ਪਰਮਿਸ਼ਨ ਨਹੀਂ ਸੀਗੀ ਦਿੱਲੀ ਪ੍ਰੋਗਰਾਮ ਕਰਨ ਹੁਣ ਦੀ। ਪਰਮਿਸ਼ਨ ਮਿਲ ਜੂਗੀ? ਪਰਮਿਸ਼ਨ ਉਮੀਦ ਹੈ ਪਰਮਿਸ਼ਨ ਮਿਲ ਜਾਏਗੀ। ਤੇ ਜਦੋਂ ਹੁਣ ਤੁਸੀਂ ਯਾਤਰਾ ਆਰੰਭ ਕਰੋਗੇ ਉਦੋਂ ਆਪਣੇ ਪਦ ਤੋਂ ਅਸਤੀਫਾ ਦਿਓਗੇ? ਜ਼ਿਲ੍ਹਾ ਉਪਾਧਿਆਕਸ਼ ਜਿਹੜਾ ਤੁਹਾਡੇ ਕੋਲ ਪਦ ਹੈ ਕਾਂਗਰਸ ਦਾ? ਹਾਂ ਦੇ ਦਾਂਗੇ, ਕੋਈ ਇੰਨਾ ਵੱਡਾ ਪਦ ਨਹੀਂ ਹੈ, ਅਸਤੀਫਾ ਦੇ ਦਾਂਗੇ। ਬਾਕੀ ਕਾਨਪੁਰ ਮੇਰੀ ਟਰਾਲੀ ਰੁਕੀ ਹੈ ਜਿੱਥੇ ਮੈਂ ਪੈਸੇਂਜਰ ਚੱਲਦਾ ਸੀ ਨਾਲ ਲੈ ਕੇ, ਤੇ ਕਾਨਪੁਰ ਤੋਂ ਦਿੱਲੀ ਤੱਕ ਦਾ ਮੇਰਾ ਸਫ਼ਰ ਬਚਿਆ ਹੈ ਤੇ ਉਹ ਮੈਂ ਪੂਰਾ ਕਰਨਾ ਹੈ। ਉਹ 10 ਤਰੀਕ ਤੋਂ ਬਾਅਦ ਮੈਂ ਉਹਦੀ ਜੋ ਹੈ ਬਾਕਾਇਦਾ ਅਨਾਉਂਸ ਕਰੂੰਗਾ। ਆਮ ਲੋਕਾਂ ਦਾ ਰਿਸਪੌਂਸ ਕਿੱਦਾਂ ਦਾ ਸੀ ਜਦੋਂ ਤੁਸੀਂ ਯਾਤਰਾ ਕੀਤੀ ਸੀ? ਵੇਖੋ ਜਦੋਂ ਮੈਂ ਨਿਕਲਿਆ ਤੇ ਲੋਕਾਂ ਨੇ ਸ਼ੁਰੂ 'ਚ ਬੜਾ ਮਜ਼ਾਕ ਉਡਾਇਆ ਮੇਰਾ, ਲੇਕਿਨ ਜੋ ਲੋਕਾਂ ਦਾ ਰਿਸਪੌਂਸ ਸੀਗਾ, ਜੋ ਮੈਨੂੰ ਲੋਕੀ ਰਾਹ 'ਚ ਮਿਲੇ, ਉਹਨਾਂ ਨੇ ਮੈਨੂੰ ਇੰਨੀ ਆਦਰ ਸਤਿਕਾਰ ਕੀਤਾ ਕਿ ਮੇਰੀ ਯਾਤਰਾ ਆਰਾਮ ਨਾਲ ਪੂਰੀ ਹੋ ਗਈ। ਵਰਨਾ ਇੰਨਾ ਸੌਖਾ ਨਹੀਂਗਾ, ਕਿਉਂਕਿ ਮੈਂ ਇੱਕ ਟਰਾਲੀ ਲੈ ਕੇ ਚੱਲਦਾ ਸੀਗਾ। ਮੇਰੇ ਨਾਲ ਰੁਕਣ ਦੀ ਵਿਵਸਥਾ ਹੁੰਦੀ ਸੀ, ਨਾ ਖਾਣ ਪੀਣ ਦੀ, ਇਕੱਲਾ ਸੀਗਾ। ਤੇ ਲੋਕਾਂ ਨੇ ਮੇਰਾ ਇੰਨਾ ਸਵਾਗਤ ਕੀਤਾ, ਪੂਰੇ ਦੇਸ਼ 'ਚ ਮੇਰਾ ਸਵਾਗਤ ਹੋਇਆ। ਲੋਕਾਂ ਨੇ ਮੇਰੇ ਰਹਿਣ ਦੀ, ਖਾਣ ਦੀ, ਪੀਣ ਦੀ ਸਭ ਵਿਵਸਥਾ ਕੀਤੀ। ਤੇ ਕੀ ਵਿਸ਼ਵਾਸ ਹੈ ਤੁਹਾਡੀ ਹੁਣ ਜਿਹੜੀ ਇਹ ਮੁਹਿੰਮ ਦੁਬਾਰਾ ਕਰਨ ਜਾ ਰਹੇ ਹੋ, ਇਹਦੇ ਨਾਲ ਕੁਝ ਤੁਹਾਨੂੰ ਮਿਲੇਗਾ? ਵੇਖੋ ਜਦੋਂ ਅਸੀਂ ਸ਼ੁਰੂ ਕਰਦੇ ਹਾਂ, ਸ਼ੁਰੂ ਤੇ ਜ਼ੀਰੋ ਤੋਂ ਹੀ ਹੋਏਗਾ। ਸ਼ੁਰੂ ਜਦੋਂ ਕਰਾਂਗੇ ਤਾਂ ਉਹਦਾ ਰਿਜ਼ਲਟ ਤੇ ਆਏਗਾ, ਜੇਕਰ ਥੋੜਾ ਲੇਟ ਆਏਗਾ। ਇੱਕ ਅੰਦੋਲਨ ਚੱਲੇਗਾ ਭਾਈ, ਅਸੀਂ ਕਮ ਸੇ ਕਮ ਇਸ ਜੋ ਨਿਰਖੁਸ਼ ਸਰਕਾਰ ਹੈ ਇਹਦੇ 'ਚ ਅਸੀਂ ਸ਼ਾਮਿਲ ਨਹੀਂ ਹੋਣਾ ਚਾਹ ਰਹੇ, ਤਾਂ ਅਸੀਂ ਅੰਦੋਲਨ ਕਰ ਰਹੇ ਹਾਂ ਕਿ ਅਸੀਂ ਇਸ ਸਰਕਾਰ ਦੇ ਖਿਲਾਫ ਹਾਂ, ਜੋ ਵੀ ਸਰਕਾਰ ਈਵੀਐਮ ਦੇ ਨਾਲ ਬਣ ਰਹੀ ਹੈ। ਸੋ ਬਹੁਤ ਬਹੁਤ ਧੰਨਵਾਦ। ਸੋ ਪਿਆਰੇ ਦਰਸ਼ਕੋ, ਇਹ ਸਨ ਸਾਡੇ ਨਾਲ ਜੁੜੇ ਹੋਏ ਓਮਕਾਰ ਸਿੰਘ ਢਿੱਲਨ ਸਾਹਿਬ, ਜਿਹੜੇ ਫਿਰ ਮੈਦਾਨ 'ਚ ਉਤਰਨ ਵਾਲੇ ਨੇ ਈਵੀਐਮ ਦੇ ਖਿਲਾਫ। ਕਹਿੰਦੇ ਆ ਜੇ ਇਸ ਵਾਰ ਰਿਜ਼ਲਟ ਬੀਜੇਪੀ ਦੇ ਅਗੇਂਸਟ ਹੁੰਦੇ ਨੇ ਫਿਰ ਮੈਦਾਨ 'ਚ ਉਤਰ ਜਾਣਗੇ ਈਵੀਐਮ ਬੈਨ ਕਰਾਉਣ ਦੇ ਲਈ, ਲੇਕਿਨ ਜੇ ਕਾਂਗਰਸ ਦੇ ਪੱਖ ਵਿੱਚ ਹੁੰਦੇ ਨੇ ਫਿਰ ਨਹੀਂ ਉਤਰਨਗੇ। ਉਹ ਕਹਿੰਦੇ ਆ ਕਿ ਕਾਂਗਰਸ ਵਾਲੇ ਉਹ ਆਪਣੇ ਆਪ, ਪਾਰਟੀ ਵਾਲੇ ਆਪ ਇਹਦਾ ਨਿਰਣਾ ਕਰਨ ਕਿ ਈਵੀਐਮ ਬੈਨ ਕਰਨੀ ਹੈ, ਜਾਂ ਜੇ ਕਰਨੀ ਹੈ ਤੇ ਉਹ ਆਪਣਾ ਸਟੈਂਡ ਲੈਣ। ਸੋ ਹਰਵਿੰਦਰ ਸਿੰਘ ਚਾਵਲਾ ਦੇ ਨਾਲ ਤੁਸੀਂ ਦੇਖ ਰਹੇ ਸੀ ਖਾਸ ਨਿਊਜ਼। ਢਿੱਲਨ ਸਾਹਿਬ ਦਾ ਸਵਾਗਤ ਕਰਦੇ ਹਾਂ ਜਿਨ੍ਹਾਂ ਨੇ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਢਿੱਲਨ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਬਾਕੀ ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਤੁਹਾਡਾ ਜਨਮ ਦਿਨ ਵੀ ਹੈ। ਥੈਂਕ ਯੂ ਜੀ, ਥੈਂਕ ਯੂ। ਸੋ ਜੁੜੇ ਰਹੋ ਹੋਰ ਖਬਰਾਂ ਦੇ ਨਾਲ, ਸਿੱਖ ਸੰਗਤ ਨਿਊਜ਼ ਅਤੇ ਮੀਡੀਆ ਗਰੁੱਪ ਦੇ ਨਾਲ। ਧੰਨਵਾਦ ਜੀ।